ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਹਿਜ਼ਾਦੇ ਨੇ ਆਣ ਕੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਜੀ, ਬਾਦਸ਼ਾਹ ਚਾਹੁੰਦਾ ਆ ਕਿ ਤੁਸੀਂ ਜੇਕਰ ਮਿਲਣਾ ਨਹੀਂ ਤੇ ਕੋਈ ਸ਼ਬਦ ਲਿਖ ਕੇ ਦੇ ਦਿਓ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਜਿਹੜਾ ਆ ਗੁਰਬਾਣੀ ਦਾ ਉਚਾਰਨ ਕੀਤਾ ਹੋਇਆ ਲਿਖ ਕੇ ਦਿੱਤਾ, ਜਿਹਦੇ ਵਿੱਚ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਪਰਮਾਤਮਾ ਪ੍ਰਭੂ ਦੇ ਨਾਮ ਤੋਂ ਬਿਨਾ ਜਿੰਨੇ ਵੀ ਕਾਰ ਵਿਹਾਰ ਨੇ, ਸੋਹਣੇ ਸੋਹਣੇ ਬਸਤਰ ਪਹਿਨਣੇ, ਸੋਹਣੇ ਸੋਹਣੇ ਗਹਿਣਿਆਂ ਦੇ ਨਾਲ ਆਪਣੇ ਆਪ ਨੂੰ ਸਜਾਣਾ, ਘਰ-ਬਾਰ ਸਜਾਣਾ, ਆਪਣਾ ਸਰੀਰ ਸਜਾਣਾ, ਜਿੰਨੇ ਵੀ ਕਾਰ ਵਿਹਾਰ ਨੇ ਮਾਰੇ ਕਹਿੰਦੇ ਸਭ ਕੁਛ ਵਿਨਾਸ਼ ਆ, ਵਿਅਰਥ ਆ, ਅਕਾਰਥ ਚਲਿਆ ਜਾਂਦਾ ਸਾਰਾ ਕੁਝ। ਗੁਰੂ ਸਾਹਿਬ ਕਹਿਣ ਲੱਗੇ। ਸੋ ਇਹ ਪੂਰਾ ਬਚਨ ਜਿਹੜਾ ਲਿਖ ਕੇ ਮਹਾਰਾਜ ਨੇ ਭੇਜ ਦਿੱਤਾ। ਜਦੋਂ ਇਹ ਸਹਿਜ਼ਾਦਾ ਗੁਰੂ ਸਾਹਿਬ ਦਾ ਇਹ ਲਿਖਿਆ ਹੋਇਆ ਸ਼ਬਦ ਲੈ ਕੇ ਬਾਦਸ਼ਾਹ ਕੋਲ ਪਹੁੰਚਿਆ, ਜਿਹੜੀ ਬੋਲੀ ਜਿਹੜੀ ਭਾਸ਼ਾ ਸੌਖੀ ਸਮਝ ਆਉਂਦੀ ਸੀ ਬਾਦਸ਼ਾਹ ਨੂੰ, ਉਸੇ ਵਿੱਚ ਗੁਰੂ ਸਾਹਿਬ ਨੇ ਉਸ ਸ਼ਬਦ ਨੂੰ ਲਿਖ ਕੇ ਦਿੱਤਾ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਸਾਧ ਸੰਗਤ ਜੀ ਉਹ ਸ਼ਬਦ ਪੜ੍ਹਿਆ ਤੇ ਬੜਾ ਹੈਰਾਨ ਹੋਇਆ ਕਿ ਵਾਕਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੋਕ ਜੇਕਰ ਸਿਫਤ ਕਰ ਰਹੇ ਹੈ ਤੇ ਮਹਾਰਾਜ ਸੱਚੀ ਮੁੱਚੀ ਇੰਨੇ ਜ਼ਿਆਦਾ ਗਿਆਨਵਾਨ ਨੇ, ਇੰਨੇ ਵੱਡੇ ਮਤ ਬੁੱਧ ਦੇ ਮਾਲਕ ਨੇ ਗੁਰੂ ਸਾਹਿਬ। ਸੋ ਇੱਦਾਂ ਮਨ ਵਿੱਚ ਕਈ ਤਰ੍ਹਾਂ ਦੀਆਂ ਗੁਰੂ ਸਾਹਿਬ ਦੀਆਂ ਵਡਿਆਈਆਂ ਨੂੰ, ਸੋਚਾਂ ਨੂੰ ਸੋਚਦਾ ਹੋਇਆ ਹੈਰਾਨ ਹੋਈ ਜਾਂਦਾ। ਇੱਧਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਬੇਅੰਤ ਸੰਗਤਾਂ ਰੋਜ਼ ਇੱਥੇ ਆਉਂਦੀਆਂ ਨੇ। ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ, ਦਿੱਲੀ ਦੀ ਸੰਗਤ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਹਰ ਕੋਈ ਆਪਣੇ ਕੰਮਾਂ ਕਾਜਾਂ ਨੂੰ ਤਿਆਗਦਾ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦਾ। ਜਿਵੇਂ ਅੱਜ ਸਾਡੇ ਕੋਲ ਬੜੇ ਸਾਧਨ ਨੇ, ਜਦੋਂ ਵੀ ਆਪਾਂ ਚਾਹੀਏ ਆ ਜਾ ਸਕਦੇ ਆ, ਪਰ ਉਹਨਾਂ ਸਮਿਆਂ ਦੇ ਵਿੱਚ ਇੰਨੇ ਜ਼ਿਆਦਾ ਸਾਧਨ ਨਹੀਂ ਸਨ ਹੁੰਦੇ। ਫਿਰ ਵੀ ਸਾਧ ਸੰਗਤ ਜੀ ਲੋਕ ਕੋਸ਼ਿਸ਼ ਕਰਦੇ ਸਨ ਘੋੜਿਆਂ ਦੇ ਉੱਪਰ, ਰਥਾਂ ਦੇ ਉੱਪਰ, ਗੱਡਿਆਂ ਦੇ ਉੱਪਰ ਬਹਿ ਕੇ ਜਾਣਾ। ਬਹੁਤੇ ਲੋਕ ਪੈਦਲ ਜਾਇਆ ਕਰਦੇ ਸਨ, ਤੇ ਪੈਦਲ ਥੋੜ੍ਹਾ ਨਹੀਂ, ਬੜਾ ਬੜਾ ਲੰਬਾ ਪੈਂਡਾ ਜਿਹੜਾ ਪੈਦਲ ਤੈਅ ਕਰ ਜਾਂਦੇ ਸਨ। ਬੜਾ ਬੜਾ ਲੰਬਾ ਪੈਂਡਾ ਪੈਦਲ ਚੱਲਿਆ ਕਰਦੇ ਸਨ ਉਦੋਂ। ਇੱਦਾਂ ਮਹਾਰਾਜ ਦੇ ਦੀਦਾਰਿਆਂ ਨੂੰ ਸੰਗਤਾਂ ਰੋਜ਼ ਆਉਂਦੀਆਂ। ਸਾਖੀਕਾਰ ਲਿਖਦਾ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿਵੇਂ ਜਿਵੇਂ ਬਾਦਸ਼ਾਹ ਨੂੰ ਰੋਜ਼ ਉੱਥੇ ਮਹਿਲਾਂ ਦੇ ਵਿੱਚ ਪਹੁੰਚਦੀ ਹੈ। ਅੱਜ ਬਾਦਸ਼ਾਹ ਨੇ ਰਾਜਾ ਜੈ ਸਿੰਘ ਨੂੰ ਮਿਲ ਕੇ ਇੱਕ ਗੱਲ ਕੀਤੀ। ਔਰੰਗਜ਼ੇਬ ਬਾਦਸ਼ਾਹ ਰਾਜਾ ਜੈ ਸਿੰਘ ਨੂੰ ਕਹਿਣ ਲੱਗਾ, ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਸਰੂਪ ਜਿਹੜਾ ਆ, ਪਾਤਸ਼ਾਹ ਜੀ ਦੀ ਉਮਰ ਜਿਹੜੀ ਹੈ ਬੜੀ ਛੋਟੀ ਹੈ, ਪਰ ਜਿਵੇਂ ਉਹਨਾਂ ਦੇ ਬਾਰੇ ਆਪਾਂ ਸੁਣਦੇ ਹਾਂ ਕਿ ਬੜੀਆਂ ਵੱਡੀਆਂ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਉਹਨਾਂ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਹੈਗਾ। ਜਿਹੜਾ ਵੀ ਆਉਂਦਾ ਉਹਦੇ ਕੋਲੋਂ ਇੱਦਾਂ ਹੀ ਗੱਲਾਂ ਸੁਣਦੇ ਆ। ਗੁਰੂ ਸਾਹਿਬ ਦੀ ਬੜੀ ਹਰ ਕੋਈ ਮਹਿਮਾ ਕਰਦਾ, ਪਰ ਅੱਖੀ ਤੇ ਕੁਝ ਵੇਖਿਆ ਨਹੀਂ। ਜੈ ਸਿੰਘਾ ਤੂੰ ਦੱਸ, ਤੂੰ ਅੱਖੀ ਕੁਝ ਦੇਖਿਆ? ਕਹਿੰਦਾ ਜੀ ਮੈਂ ਵੀ ਗੁਰੂ ਸਾਹਿਬ ਦੀ ਮਹਿਮਾ ਸੁਣੀ ਹੈ ਤੇ ਗੁਰੂ ਘਰ ਦੀ ਚੜ੍ਹਦੀ ਕਲਾ ਬੜੀ ਵਾਰੀ ਵੇਖੀ ਹੈ। ਜਦੋਂ ਵੀ ਮਹਾਰਾਜ ਨੂੰ ਦਰਸ਼ਨ ਕਰਦੇ ਆ ਬੜੀ ਸੰਗਤ ਹੁੰਦੀ ਆ ਉੱਥੇ। ਬਾਦਸ਼ਾਹ ਕਹਿਣ ਲੱਗਾ, ਇੱਦਾਂ ਨਹੀਂ, ਗੁਰੂ ਸਾਹਿਬ ਦੀ ਪਰਖ ਕਰੀਏ। ਤੂੰ ਕੋਈ ਇੱਦਾਂ ਦੀ ਵਿਧੀ ਬਣਾ ਜਿਹਦੇ ਨਾਲ ਪਰਖ ਕੀਤੀ ਜਾਵੇ ਕਿ ਉਹ ਵਾਕਿਆ ਉਹਨਾਂ ਵਿੱਚ ਸ਼ਕਤੀਆਂ ਹੈ ਨੇ। ਰਾਜਾ ਜੈ ਸਿੰਘ ਕਹਿਣ ਲੱਗਾ, ਬਾਦਸ਼ਾਹ ਮੈਨੂੰ ਡਰ ਹੈ ਕਿਤੇ ਮੈਂ ਉਹਨਾਂ ਦੀ ਪਰਖ ਕਰਾਂ ਤੇ ਗੁਰੂ ਸਾਹਿਬ ਕੁਝ ਬਚਨ ਨਾ ਕਰ ਦੇਣ। ਉਹ ਨਾ ਹੋਵੇ
ਬਣੀ ਬਣਾਈ ਗੱਲ ਵਿਗੜ ਜਾਵੇ। ਗੁਰੂ ਘਰ ਦੇ ਨਾਲ ਬੜੀ ਵਧੀਆ ਬਣੀ ਹੋਈ ਹੈ। ਇੱਦਾਂ ਪਹਿਲੇ ਤਾਂ ਰਾਜਾ ਚਿੰਤਾ ਵਿੱਚ ਆਇਆ, ਪਰ ਫਿਰ ਬਾਦਸ਼ਾਹ ਦੀ ਗੱਲ ਨਾ ਮੋੜੀ, ਕਿਉਂਕਿ ਜਦੋਂ ਕਿਤੇ ਇੱਦਾਂ ਦੇ ਕੋਈ ਬੰਦੇ ਸਾਨੂੰ ਮਿਲਦੇ ਆ ਨਾ, ਤੇ ਬੜੀ ਛੇਤੀ ਮਨ ਜਿਹੜਾ ਆ ਇਹ ਉਹਨਾਂ ਵੱਲ ਨੂੰ ਹੋ ਜਾਂਦਾ। ਜਦੋਂ ਕੋਈ ਰੱਬ, ਤਾਂ ਬਾਬੇ ਕਬੀਰ ਸਾਹਿਬ ਨੇ ਕਿਉਂ ਕਿਹਾ, ਕਬੀਰ ਸਾਖਤ ਸੰਗ ਨਾ ਕੀਜਿਆ ਦੂਰ ਹੈ ਜਾਈਏ ਭਾਗ, ਕਿ ਰੱਬ ਦੇ ਨਾਲੋਂ ਜਿਹੜਾ ਟੁੱਟਿਆ ਹੋਇਆ, ਜਿਹੜਾ ਨਹੀਂ ਭਜਨ ਬੰਦਗੀ ਵੱਲ ਖਿਆਲ ਕਰਦਾ, ਉਹਦਾ ਸੰਗ ਨਾ ਕਰੀ। ਜਿਹੜਾ ਕਹਿੰਦਾ ਕੋਈ ਰੱਬ ਨਹੀਂ ਹੈਗਾ, ਕੋਈ ਲੋੜ ਨਹੀਂ ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਗੁਰਦੁਆਰੇ ਧਾਰਮਿਕ ਸਥਾਨਾਂ 'ਤੇ ਜਾਣ ਦੀ, ਸੇਵਾ ਕਰਨ ਦੀ ਕੋਈ ਲੋੜ ਨਹੀਂ, ਬਾਬਾ ਕਬੀਰ ਸਾਹਿਬ ਕਹਿੰਦੇ ਇੱਦਾਂ ਦੇ ਬੰਦੇ ਦੀ ਸੰਗਤ ਨਾ ਕਰੀ। ਜੇਕਰ ਕਿਤੇ ਸਾਹਮਣੇ ਤੈਨੂੰ ਆਉਂਦਾ ਦਿਸ ਵੀ ਜਾਵੇ ਤੇ ਦੂਰੋਂ ਹੀ ਭੱਜ ਜਾਵੇ। ਦੂਰਾਂ ਜਾਈਏ ਭਾਗ, ਬਾਸਨ ਕਾਰੋਂ ਪਰਸਿਆ ਤੋ ਕਿਛ ਲਾਗੈ ਦਾਗ। ਕਾਲੇ ਭਾਂਡੇ ਦੇ ਨਾਲ, ਚਿੱਟੇ ਵਸਤਰ ਪਾ ਕੇ ਕਾਲੇ ਭਾਂਡੇ ਦੇ ਨਾਲ ਥੋੜ੍ਹਾ ਜਿਹਾ ਵੀ ਛੋ ਜਾਏਗਾ ਤੇ ਚਿੱਟਾ ਤੇਰਾ ਵਸਤਰ ਵੀ ਕਾਲਾ ਹੋ ਜਾਏਗਾ, ਥੋੜ੍ਹੀ ਬਹੁਤੀ ਕਾਲ ਖੂਨ ਵੀ ਲੱਗ ਜਾਏਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕਹਿੰਦੇ ਜਿਵੇਂ ਕੇਲੇ ਦੇ ਕੋਲ ਬੇਰੀ ਦਾ ਬੂਟਾ ਉੱਗ ਜਾਂਦਾ ਤੇ ਕੇਲਾ ਜਿਹੜਾ ਆ ਹਵਾ ਆਉਣ 'ਤੇ ਝੂਲਦਾ ਆ, ਬੜੇ ਆਨੰਦ ਵਿੱਚ ਆਣ ਕੇ ਝੂਮਦਾ। ਪਰ ਸਾਧ ਸੰਗਤ ਜੀ, ਉਹ ਕੇਲੇ ਦੇ ਨਿਕਟ ਜਿਹੜਾ ਬੇਰ ਹੁੰਦਾ ਹੈ ਨਾ, ਉਹਦੇ ਕੰਡੇ ਜਿਹੜੇ ਨੇ ਉਹ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੇ। ਇੱਦਾਂ ਹੀ ਕਹਿੰਦੇ ਸਾਖਤ ਆ, ਬੇਸ਼ੱਕ ਤੂੰ ਮਸਤੀ ਵਿੱਚ ਹੋਵੇਂਗਾ, ਰੱਬ ਦੇ ਨਾਮ ਦੇ ਵਿੱਚ ਰੰਗਿਆ ਹੋਇਆ, ਪਰ ਜਦੋਂ ਕਿਤੇ ਉਹਨਾਂ ਦੀ ਸੰਗਤ ਕਰੇਂਗਾ ਤੇ ਤੇਰੀ ਸ਼ਰਧਾ ਨੂੰ ਚੀਰ ਕੇ ਰੱਖ ਦੇਣਗੇ। ਇੱਦਾਂ ਦੀ ਉਹ ਗੱਲ ਕਰ ਦੇਣਗੇ ਤੇਰੇ ਨਾਲ। ਤਰਕ ਕਰਨ ਵਾਲੇ ਜਿਹੜੇ ਨੇ, ਉਹਨਾਂ ਕੋਲ ਬੜੇ ਤਰਕ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਤੋਂ ਤੂੰ ਦੂਰ ਹੀ ਰਹੇਂਗਾ ਤੇ ਚੰਗਾ ਹੈ। ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਣ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਰਾਜਾ ਜੈ ਸਿੰਘ ਦੇ ਮਨ ਦੇ ਵਿੱਚ ਪਿਆਰ ਤੇ ਬੜਾ ਸੋਚਦਾ ਵੀ ਸੀ ਕਿ ਗੁਰੂ ਸਾਹਿਬ ਦੀ ਪਰਖ ਨਹੀਂ ਕਰਨੀ ਚਾਹੀਦੀ, ਪਰ ਬਾਦਸ਼ਾਹ ਦੇ ਕਹਿਣ 'ਤੇ ਮਨ ਬਣਾ ਲਿਆ ਕਿ ਮਹਾਰਾਜ ਦੀ ਪਰਖ ਕਰਕੇ ਵੇਖਦੇ ਆ। ਅੱਖੀ ਤੇ ਬੜਾ ਸੁਣਿਆ, ਕੰਨੀ ਸੁਣਿਆ ਤੇ ਬੜਾ ਹੈ, ਪਰ ਅੱਖੀ ਵੇਖਿਆ ਨਹੀਂ ਹੈ। ਕੰਨੀ ਸੁਣਿਆ ਪਰ ਅੱਖਾਂ ਦੇ ਨਾਲ ਵੇਖਿਆ ਨਹੀਂ। ਅੱਜ ਵੇਖ ਲੈਨੇ। ਇੱਦਾਂ ਗਿਣਤੀਆਂ ਮਿਣਤੀਆਂ ਕਰਦਾ ਹੋਇਆ ਘਰ ਚਲਿਆ ਗਿਆ। ਮਹਿਲਾਂ ਦੇ ਵਿੱਚ ਰਾਤ ਪਈ। ਜਦੋਂ ਸੌਣ ਦਾ ਸਮਾਂ ਹੋਇਆ, ਪਟਰਾਣੀ ਜਿਹੜੀ ਹੈ ਇਹਦੀ ਪਤਨੀ ਰਾਜੇ ਦੀ, ਸਾਧ ਸੰਗਤ ਜੀ ਸੌਣ ਵਾਸਤੇ ਆਈ। ਜਦੋਂ ਇਹ ਚਿੰਤਾ ਵਿੱਚ ਆ, ਸੋਚਾਂ ਵਿੱਚ ਪਿਆ, ਪਟਰਾਣੀ ਨੇ ਪੁੱਛਿਆ ਕਿ ਸੁਆਮੀ ਤੁਸੀਂ ਕਿਉਂ ਚਿੰਤਾ ਵਿੱਚ ਹੋ? ਕੋਈ ਸੋਚਦੇ ਹੋ? ਕੀ ਸੋਚ ਰਹੇ ਹੋ? ਸਾਰੀ ਗੱਲ ਸੁਣਾ ਦਿੱਤੀ ਕਿ ਬਾਦਸ਼ਾਹ ਨੇ ਆਹ ਗੱਲ ਆਖੀ ਆ ਤੇ ਮੇਰਾ ਮਨ ਚਾਹੁੰਦਾ ਹੈ ਕਿ ਆਪਾਂ ਪਰਖ ਕਰੀਏ, ਪਰ ਸੋਚਦਾ ਵਾਂ ਕਿਹੜੀ ਪਰਖ ਕਰੀਏ, ਕਿਵੇਂ ਕਰੀਏ ਪਰਖ। ਕਿਤੇ ਮਹਾਰਾਜ ਕੁਝ ਕਬੂਲ ਇੱਦਾਂ ਦਾ ਕੁਝ ਬੋਲ ਨਾ ਦੇਣ, ਬਚਨ ਨਾ ਕਰ ਦੇਣ, ਕਿਤੇ ਸਾਡਾ ਕੁਝ ਮਾੜਾ ਨਾ ਹੋ ਜਾਵੇ, ਕਿਤੇ ਇੱਦਾਂ ਦਾ ਕੁਝ ਆਪਾਂ ਨਾ ਕਰ ਬੈਠੀਏ। ਇੱਦਾਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ। ਅਖੀਰ ਇਹਨਾਂ ਨੇ ਸਲਾਹ ਕੀਤੀ ਸਾਧ ਸੰਗਤ ਜੀ ਕਿ ਆਪਾਂ ਕੱਲ੍ਹ ਨੂੰ ਸਾਰੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਵੀ ਰਾਣੀਆਂ ਵਾਲੇ ਸੋਹਣੇ ਕੱਪੜੇ, ਸੋਹਣੇ ਗਹਿਣੇ ਪਾ ਕੇ ਤੇ ਤੇਰੇ ਨਾਲ ਹੀ ਬਿਠਾ ਦੇਵਾਂਗੇ ਇੱਕੋ ਲਾਈਨ ਦੇ ਵਿੱਚ, ਪਰ ਤੂੰ ਥੋੜ੍ਹੇ ਜਿਹੇ ਮੈਲੇ ਕੱਪੜੇ ਪਾ ਲਵੀਂ। ਰਾਜਾ ਕਹਿੰਦਾ ਤੂੰ ਥੋੜ੍ਹੇ ਜਿਹੇ ਮੈਲੇ ਕੱਪੜੇ ਪਾ ਲਵੀਂ ਤੇ ਸਿਰ ਜਿਹੜਾ ਨੀਵਾਂ ਕਰਕੇ ਬੈਠੀ ਰਵੀਂ, ਤੇ ਮਨ ਵਿੱਚ ਇਹ ਇੱਛਾ ਧਾਰ ਕੇ ਬੈਠੀ ਕਿ ਗੁਰੂ ਜੀ ਜੇਕਰ ਤੁਸੀਂ ਗੁਰੂ ਨਾਨਕ ਦੇ ਰੂਪ ਹੋ ਤੇ ਮਾਰੇ ਮੈਨੂੰ ਪਛਾਣ ਲੈਣਾ, ਤੁਸੀਂ ਮੇਰੀ ਪਹਿਚਾਣ ਕਰ ਲੈਣੀ। ਸਾਖੀਕਾਰ ਨੇ ਤੇ ਲਿਖਿਆ ਕਿ ਉਹਨੇ ਮਨ ਬਣਾਇਆ ਪਾਤਸ਼ਾਹ ਮੇਰੀ ਗੋਦ ਵਿੱਚ ਤੁਸੀਂ ਬੈਠਣਾ ਆ, ਕਿਉਂਕਿ ਬਾਲਕ ਰੂਪ ਵਿੱਚ ਸਾਨੂੰ ਗੁਰੂ ਸਾਹਿਬ। ਸੋ ਆਪਣੇ ਆਪਣੇ ਹਿਸਾਬ ਦੇ ਨਾਲ ਇਤਿਹਾਸਕਾਰਾਂ ਨੇ ਵੱਖ-ਵੱਖ ਵਿਚਾਰ ਲਿਖੀ। ਕਹਿੰਦੇ ਨੇ ਸਾਧ ਸੰਗਤ ਜੀ ਇੱਦਾਂ ਇਹਨਾਂ ਨੇ ਮਨ ਬਣਾ ਲਿਆ
ਅਗਲਾ ਦਿਨ ਚੜਿਆ ਤੇ ਇਹ ਰਾਜਾ ਜੈ ਸਿੰਘ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲ ਚਲਿਆ ਗਿਆ। ਹੁਣ ਸਤਿਗੁਰੂ ਤੇ ਅੰਤਰਜਾਮੀ ਸਭ ਕੁਝ ਜਾਣਦੇ। ਕਹਿੰਦੇ ਮਹਾਰਾਜ ਇਹਦੇ ਸ਼ਰਧਾ ਇਹਦਾ ਪਿਆਰ ਵੇਖਿਆ ਸੀ ਗੁਰੂ ਸਾਹਿਬ ਨੇ, ਪਰ ਅੱਜ ਮਹਾਰਾਜ ਸੋਚ ਰਹੇ ਸਨ ਕਿ ਇਹਦੇ ਮਨ ਵਿੱਚ ਵੀ ਕਿਵੇਂ ਸ਼ੰਕਾ ਪੈਦਾ ਹੋ ਗਿਆ। ਇਸ ਲਈ ਗੁਰੂ ਸਾਹਿਬ ਸਿੱਖਾਂ ਨੂੰ ਛੱਡ ਕੇ ਇੱਕ ਕਮਰੇ ਵਿੱਚ ਆਪ ਚਲੇ ਗਏ ਤੇ ਬੜਾ ਸਮਾਂ ਇਕਾਂਤਵਾਸ ਬੈਠੇ ਰਹੇ ਗੁਰੂ ਸਾਹਿਬ। ਇੱਕ ਰੇਸ਼ਮੀ ਸਾਧ ਸੰਗਤ ਜੀ ਸਫੈਦ ਰੰਗ ਦਾ ਬਸਤਰ ਮਹਾਰਾਜ ਨੇ ਆਪਣੇ ਉੱਪਰ ਲੈ ਲਿਆ ਤੇ ਆਰਾਮ ਕਰਨ ਲੱਗ ਪਏ। ਰਾਜਾ ਜੈ ਸਿੰਘ ਆਇਆ, ਪੁੱਛਿਆ ਸਿੱਖਾਂ ਨੂੰ ਗੁਰੂ ਜੀ ਕਿੱਥੇ? ਦੱਸਿਆ ਮਾਰੇ ਕਮਰੇ ਵਿੱਚ ਨੇ। ਕਮਰਾ ਖੜਕਾਇਆ, ਸਤਿਗੁਰੂ ਜੀ ਦਰਵਾਜ਼ਾ ਖੋਲ੍ਹੋ, ਮੈਂ ਰਾਜਾ ਜੈ ਸਿੰਘ ਤੁਹਾਡੇ ਦਰਸ਼ਨਾਂ ਲਈ ਆਇਆ। ਮਾਰੇ ਕੁਝ ਨਹੀਂ ਬੋਲੇ, ਚੁੱਪ ਰਹੇ। ਵਾਰ-ਵਾਰ ਕਹਿੰਦੇ ਦਰਵਾਜ਼ਾ ਖੜਕਾਉਂਦਾ ਆ। ਫਿਰ ਬੜੀ ਭਾਵਨਾ ਦੇ ਨਾਲ ਆਵਾਜ਼ ਦਿੱਤੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰੋ ਦਰਵਾਜ਼ਾ ਖੋਲ੍ਹੋ। ਫਿਰ ਅਖੀਰ ਮਹਾਰਾਜ ਨੇ ਦਰਵਾਜ਼ਾ ਖੋਲ੍ਹਿਆ, ਅੰਦਰ ਗਿਆ, ਜਾ ਕੇ ਨਮਸਕਾਰ ਕੀਤੀ, ਬਹਿ ਗਿਆ ਮਹਾਰਾਜ ਦੇ ਕੋਲ। ਹੁਣ ਮਨ ਵਿੱਚ ਤੇ ਉਹੀ ਵਿਚਾਰ ਚੱਲਦੇ ਆ, ਪਰ ਪੁੱਛਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਕਿਉਂ ਬਹਿ ਗਏ ਹੋ? ਮਹਾਰਾਜ ਨੇ ਦੱਸਿਆ ਨਹੀਂ, ਪਰ ਰਮਜ ਪਾ ਦਿੱਤੀ ਗੁਰੂ ਸਾਹਿਬ ਨੇ। ਇੱਕ ਰਮਜ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਜਾਂ ਗੁਰੂ ਹੁੰਦੇ ਹੈ ਉਹਨਾਂ ਦੀ ਕਦੇ ਪ੍ਰੀਖਿਆ ਨਹੀਂ ਲੈਣੀ ਚਾਹੀਦੀ, ਉਹਨਾਂ ਦਾ ਕਦੇ ਅੰਤ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ, ਗੁਰੂ ਹੁੰਦੇ ਨੇ, ਉਹ ਹਮੇਸ਼ਾ ਆਪਣੀਆਂ ਸ਼ਕਤੀਆਂ ਨੂੰ ਛੁਪਾ ਕੇ ਰੱਖਦੇ ਆ। ਉਹ ਹਮੇਸ਼ਾ ਹੀ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ, ਕਦੇ ਵੀ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ ਹੈਗੇ, ਕਿਉਂਕਿ ਇਹ ਜਿਹੜੀਆਂ ਕਰਾਮਾਤਾਂ ਨੇ, ਸ਼ਕਤੀਆਂ ਨੇ, ਇਹਨਾਂ ਦੇ ਨਾਲ ਤੇ ਲੋਕਾਂ ਨੂੰ ਪਿੱਛੇ ਲਾਇਆ ਜਾਂਦਾ। ਪਰ ਅਸਲ ਮਨੋਰਥ ਤੇ ਜ਼ਿੰਦਗੀ ਦਾ ਇਹੀ ਹੈ ਕਿ ਭਜਨ ਕਰਨਾ, ਬੰਦਗੀ ਕਰਨੀ, ਸ਼ੁਭ ਕਰਮ ਕਰਕੇ ਆਪਣੇ ਜੀਵਨ ਨੂੰ ਸਵਾਰਨਾ। ਪਰ ਜੇਕਰ ਆਪਾਂ ਕਰਾਮਾਤਾਂ ਵਿਖਾਵਾਂਗੇ, ਲੋਕਾਂ ਨੂੰ ਮਗਰ ਲਾਵਾਂਗੇ, ਤੇ ਭਜਨ ਬੰਦਗੀ ਵੱਲੋਂ ਧਿਆਨ ਹਟ ਜਾਵੇਗਾ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਦਾਂ ਗੱਲਾਂ ਵਿੱਚ ਰਮਜ ਪਾ ਦਿੱਤੀ। ਰਾਜਾ ਜੈ ਸਿੰਘ ਕਾਫੀ ਹੱਦ ਤੱਕ ਸਮਝ ਤੇ ਗਿਆ, ਪਰ ਫਿਰ ਵੀ ਕੁਝ ਬੋਲਿਆ ਨਾ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੇ ਸਾਡੇ ਮਹਿਲਾਂ ਦੇ ਵਿੱਚ ਪਾਤਸ਼ਾਹ ਜੀ ਰਾਣੀਆਂ ਨੂੰ ਵੀ ਦਰਸ਼ਨ ਦੇ ਦਿਓ। ਰਾਣੀਆਂ ਜਿਹੜੀਆਂ ਮਹਾਰਾਜ ਉਹਨਾਂ ਨੂੰ ਵੀ ਦਰਸ਼ਨ ਦੇ ਦਿਓ। ਗੁਰੂ ਸਾਹਿਬ ਪਹਿਲਾਂ ਹੀ ਤਿਆਰ ਸਨ ਕਿ ਹੁਣ ਜੇ ਇਹਦੇ ਮਨ ਵਿੱਚ ਅਸ਼ਰਧਾ ਦਾ ਇੱਕ ਕਿਣਕਾ ਜਿਹੜਾ ਕੱਖ ਪੈ ਚੁੱਕਿਆ ਉਹ ਕੱਢਣਾ ਪੈਣਾ। ਸੋ ਕਹਿੰਦੇ ਗੁਰੂ ਸਾਹਿਬ ਨੇ ਬੜੀ ਸੋਹਣੀ ਇੱਕ ਛਿਟੀ ਹੱਥ ਵਿੱਚ ਪਕੜੀ ਹੈ। ਸਾਧ ਸੰਗਤ ਜੀ ਮਹਾਰਾਜ ਨਾਲ ਚੱਲ ਪਏ ਨੇ। ਰਣਵਾਸ ਭਾਵ ਜਿੱਥੇ ਰਾਣੀਆਂ ਰਹਿੰਦੀਆਂ ਨੇ, ਜਿੱਥੇ ਹੋਰ ਕੋਈ ਆ ਜਾ ਨਹੀਂ ਸਕਦਾ। ਰਾਜ ਮਹਿਲ ਦੇ ਵਿੱਚ, ਰਣਵਾਸ ਦੇ ਵਿੱਚ ਰਾਜੇ ਤੋਂ ਇਲਾਵਾ ਜਾਂ ਉਹਦੇ ਪੁੱਤਰ ਤੋਂ ਇਲਾਵਾ ਕੋਈ ਆ ਜਾ ਨਹੀਂ ਸਕਦਾ। ਸਿਰਫ ਦਾਸੀਆਂ ਰੱਖੀਆਂ ਹੁੰਦੀਆਂ ਸਨ ਉੱਥੇ ਸੇਵਾ ਕਰਨ ਲਈ। ਉਹ ਰਣਵਾਸ ਦੇ ਵਿੱਚ ਕਹਿੰਦੇ ਸਾਰੀਆਂ ਜਿਹੜੀਆਂ ਨੇ ਰਾਣੀਆਂ ਬਣ ਕੇ ਬੈਠੀਆਂ ਨੇ, ਸੋਹਣੇ ਸੋਹਣੇ ਕੱਪੜੇ ਪਾਏ ਨੇ, ਗਹਿਣਿਆਂ ਦੇ ਨਾਲ ਲੱਦੀਆਂ ਨੇ, ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਹੋਏ ਆ ਕਿ ਪਛਾਣ ਨਾ ਆ ਜਾਵੇ। ਬੜੇ ਢੰਗ ਦੇ ਨਾਲ ਇੱਦਾਂ ਸਾਧ ਸੰਗਤ ਤਿਆਰ ਹੋ ਕੇ ਇੱਕ ਲਾਈਨ ਵਿੱਚ ਬਹਿ ਗਈਆਂ ਨੇ। ਤੇ ਜਿਹੜੇ ਪਟ ਰਾਣੀ ਸੀ, ਪਟ ਰਾਣੀ ਕਹਿੰਦੇ ਨੇ, ਪਟ ਕਹਿੰਦੇ ਭਾਵ ਤਖਤ ਨੂੰ। ਜਿਹੜੀ ਰਾਣੀ ਰਾਜੇ ਦੇ ਬਰਾਬਰ ਤਖਤਾਂ ਤੇ ਬਹਿੰਦੀ ਹੋਵੇ ਉਹਨੂੰ ਕਹਿੰਦੇ ਨੇ ਪਟ ਰਾਣੀ। ਬਰਾਬਰ ਰਾਜੇ ਦੇ ਬਹਿਣ ਵਾਲੀ, ਰਾਣੀਆਂ ਤੋਂ ਵੀ ਵੱਡੀ ਰਾਣੀ ਪਟ ਰਾਣੀ। ਉਹ ਸਾਧ ਸੰਗਤ ਜੀ ਕਹਿੰਦੇ ਜਿਹੜੇ ਖੁਦ ਸੀ, ਜਿਹਦੇ ਨਾਲ ਇਹਨੇ ਗੱਲ ਕੀਤੀ ਹੋਈ ਸੀ, ਉਹਨੇ ਥੋੜ੍ਹੇ ਜਿਹੇ ਮੈਲੇ ਕੱਪੜੇ ਪਾਏ, ਅਖੀਰ 'ਤੇ ਜਾ ਕੇ ਕੋਨੇ ਵਿੱਚ ਬੈਠੀ ਆ ਅਤੇ ਸਿਰ ਝੁਕਾ ਕੇ ਬਹਿ ਗਈ। ਮਨ ਵਿੱਚ ਇਹ ਸੋਚਦੀ ਹੈ ਗੁਰੂ ਸਾਹਿਬ ਜੇ ਤੁਸੀਂ ਸੱਚਮੁੱਚ ਗੁਰੂ ਨਾਨਕ ਦੇ ਰੂਪ ਹੋ ਤੇ ਪਹਿਚਾਨ ਕਰਿਓ। ਇੱਦਾਂ ਮਨ ਵਿੱਚ ਧਾਰ ਕੇ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਜਾਣਦੇ ਸੀ। ਮਹਾਰਾਜ ਨੇ ਫਿਰ ਛਟੀ ਪਕੜੀ, ਇੱਕ ਇੱਕ ਰਾਣੀ ਦੇ ਸਿਰ 'ਤੇ ਲਾਉਂਦੇ ਜਾਂਦੇ ਨੇ। ਇਹ ਵੀ ਪਟ ਰਾਣੀ ਨਹੀਂ, ਆ ਵੀ ਨਹੀਂ, ਤੀਜੀ ਦੇ ਸਿਰ 'ਤੇ ਲਾਉਂਦੇ, ਇੱਦਾਂ ਗਾਂਹ ਚੱਲਦੇ ਗਏ, ਸਾਰੀਆਂ ਦੇ ਸਿਰ 'ਤੇ ਲਾ ਕੇ ਕਹਿੰਦੇ ਆ ਵੀ ਨਹੀਂ, ਆ ਵੀ ਨਹੀਂ।
ਤੇ ਜਦੋਂ ਆਈ ਪਟ ਰਾਣੀ ਜਿਹੜੀ ਗੋਲੀ ਦੇ ਰੂਪ ਵਿੱਚ ਬੈਠੀ ਹੈ, ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਛਟੀ ਰੱਖੀ। ਗੁਰੂ ਸਾਹਿਬ ਕਹਿਣ ਲੱਗੇ, ਹੈ ਤੇ ਤੂੰ ਪਟ ਰਾਣੀ, ਪਰ ਤੇਰੇ ਕੋਈ ਮਾੜੇ ਕਰਮ ਜਾਗ ਪਏ, ਮਾੜੇ ਕਰਮ ਜਾਗ ਪਏ ਜਿਹਦੇ ਕਰਕੇ ਤੈਨੂੰ ਆ ਮੈਲੇ ਕੱਪੜੇ ਪਾਉਣੇ ਪੈ ਗਏ। ਜ਼ਿੰਦਗੀ ਵਿੱਚ ਤੂੰ ਕਦੇ ਵੀ ਇੱਦਾਂ ਦੇ ਵਸਤਰ ਨਹੀਂ ਪਾਏ, ਇੱਦਾਂ ਤੈਨੂੰ ਕਦੇ ਬੈਠਣਾ ਨਸੀਬ ਨਹੀਂ ਸੀ ਹੋਣਾ, ਆ ਸਾਰਾ ਕੁਝ ਤੇਰੇ ਨਾਲ ਕਦੇ ਨਹੀਂ ਸੀ ਹੋਣਾ, ਪਰ ਮਾੜੇ ਕਰਮ ਤੇਰੇ ਕੋਈ ਅੱਗੇ ਆ ਗਏ, ਜਿਹੜਾ ਤੂੰ ਪਟ ਰਾਣੀ ਹੋਣ ਦੇ ਬਾਵਜੂਦ ਵੀ ਤੈਨੂੰ ਇੰਨੇ ਭੈੜੇ ਕੱਪੜੇ ਪਾਉਣੇ ਪੈ ਗਏ ਨੇ। ਤੇ ਮਹਾਰਾਜ ਨੇ ਆਖਿਆ, ਹੈ ਤੇ ਤੂੰ ਪਟ ਰਾਣੀ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਦੇ ਵੀ ਸੰਤ ਜਨਾਂ ਦੀ ਪਰਖ ਨਹੀਂ ਕਰੀਦੀ, ਕਦੇ ਵੀ ਕੋਈ ਕਿਸੇ ਦੀ ਪਰਖ ਨਹੀਂ ਕਰੀਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਗੱਲਾਂ ਸਮਝਾਈਆਂ, ਗਿਆਨ ਦੇ ਕੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਮਝਾਇਆ, ਰਾਜਾ ਜੈ ਸਿੰਘ ਅਚਾਨਕ ਡਰ ਗਿਆ ਕਿ ਗੁਰੂ ਸਾਹਿਬ ਹੁਣ ਕੋਈ ਬਚਨ ਕਰਨਗੇ। ਅਚਾਨਕ ਜਾ ਕੇ ਫਿਰ ਦੌੜ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਢਹਿ ਗਿਆ ਕਿ ਸਤਿਗੁਰੂ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਗਈ। ਮਹਾਰਾਜ ਗੱਲਾਂ ਵਿੱਚ ਆ ਕੇ ਸਤਿਗੁਰੂ ਪਰਖ ਕਰਨ ਲੱਗ ਪਏ ਸਾ। ਸ਼ਰਧਾ ਦੇ ਵਿੱਚ ਮਹਾਰਾਜ ਅਸ਼ਰਧਾ ਦਾ ਕੱਖ ਜਿਹੜਾ ਪੈ ਗਿਆ ਸੀ, ਜਿਹਦੇ ਕਰਕੇ ਤੁਹਾਡੀ ਪਰਖ ਕਰਨ ਚੱਲੇ ਸਾ। ਸਤਿਗੁਰੂ ਭੁੱਲ ਹੋ ਗਈ, ਬਖਸ਼ ਦਿਓ। ਹੁਣ ਗਰੀਬ ਨਵਾਜ਼ ਦਾਤਾ ਜੀ ਤੇ ਬਖਸ਼ਣਹਾਰੇ ਨੇ, ਸਭ ਦੇ ਮਨ ਦੀ ਅਵਸਥਾ ਵੀ ਜਾਣਦੇ। ਇਹ ਸਾਧ ਸੰਗਤ ਜੀ ਅੱਜ ਦਾ ਪ੍ਰਸੰਗ ਕਿ ਮਹਾਰਾਜ ਨੇ ਪਟ ਰਾਣੀ ਦੀ ਪਰਖ ਕੀਤੀ ਹੈ, ਤੇ ਆਪਾਂ ਵੀ ਇਹ ਯਤਨ ਕਰੀਏ ਜੀਵਨ ਦੇ ਵਿੱਚ, ਚਾਹੇ ਕੋਈ ਕੁਝ ਵੀ ਸਾਨੂੰ ਕਹਿ ਦੇਵੇ, ਕੋਈ ਕੁਝ ਆਖੀ ਜਾਵੇ, ਪਰ ਗੁਰੂ ਤੋਂ ਕਦੇ ਵੀ ਸ਼ਰਧਾ ਜਿਹੜੀ ਆ ਘੱਟ ਨਾ ਹੋਵੇ, ਕਦੇ ਵੀ ਸਤਿਗੁਰੂ ਤੋਂ ਸ਼ਰਧਾ ਜਿਹੜੀ ਆ ਘਟੇ ਨਾ, ਕਿ ਆਹ ਨਹੀਂ ਹੋ ਸਕਦਾ। ਨਹੀਂ ਪਿਆਰਿਓ, ਸਤਿਗੁਰੂ ਸਭ ਕੁਝ ਕਰ ਸਕਦਾ ਹੈ, ਤੇ ਸਤਿਗੁਰੂ ਨੇ ਜੋ ਦੇਣਾ ਉਹ ਆਪਣੇ ਆਪ ਹੀ ਦੇਈ ਜਾਣਾ। ਉਹ ਸਾਡਾ ਮਾਲਕ ਆ, ਅਸੀਂ ਮੰਗਾਂਗੇ ਜ਼ਰੂਰ, ਮੰਗਾਂਗੇ ਅਸੀਂ ਜ਼ਰੂਰ, ਪਰ ਉਹਨੂੰ ਵੀ ਪਤਾ ਆ ਕਿਹੜੀ ਕਿਹੜੀ ਲੋੜ ਆ, ਉਹਨੇ ਆਪੇ ਦੇਈ ਜਾਣਾ। ਜਿੱਥੇ ਜਿੱਥੇ ਉਹ ਰੱਖੇਗਾ ਉੱਥੇ ਅਸੀਂ ਉਹਦੀ ਰਜ਼ਾ ਵਿੱਚ ਖੁਸ਼ ਰਵਾਂਗੇ। ਸਾਡਾ ਮਾਲਕ ਹੈ, ਜਿਵੇਂ ਸਾਨੂੰ ਰੱਖੇਗਾ ਅਸੀਂ ਉੱਦਾਂ ਹੀ ਖੁਸ਼ ਰਵਾਂਗੇ ਉਹਦੀ ਰਜ਼ਾ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਯਤਨ ਕਰੀਏ ਵੱਧ ਤੋਂ ਵੱਧ ਸਤਿਪੁਰਖਾਂ ਦੀ, ਸੰਤਾਂ ਦੀ, ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਵਾਲੇ ਬਚਨ ਸੁਣੀਏ ਉਹਨਾਂ ਦੇ ਕੋਲੋਂ, ਤਾਂ ਜੋ ਸ਼ਰਧਾ ਭਾਵਨਾ ਵਧੇ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਕੱਲ੍ਹ ਨੂੰ ਆਪਾਂ ਇਹ ਛੋਟੇ ਜਿਹੇ ਵਿਚਾਰ ਮਗਰ ਹੈ ਕਿ ਜੈ ਸਿੰਘ ਨੇ ਜਦੋਂ ਪਰਖ ਕਰ ਲਈ ਤੇ ਮਹਾਰਾਜ ਦਾ ਸਿੱਖ ਕਿਵੇਂ ਬਣਿਆ ਏ, ਬੇਨਤੀਆਂ ਕਰਦਾ ਸਤਿਗੁਰੂ ਆਪਣਾ ਸਿੱਖ ਬਣਾ ਲਓ। ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਨਾਲ ਜੋੜਨ ਦਾ ਯਤਨ ਕਰਾਂਗੇ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।